अजूनी सैभं गुर प्रसाद जप आद सच जुगाद सच है भी सच नानक होसे भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसे भी सच। ਪਰਮਾਤਮਾ ਦੁਆਰਾ ਸਿਰਜੀ ਗਈ ਇਸ ਸ੍ਰਿਸ਼ਟੀ ਵਿੱਚ ਅਨੇਕ ਧਰਮ ਹਨ ਅਤੇ ਸਭ ਦਾ ਉਦੇਸ਼ ਇੱਕੋ ਹੀ ਹੈ, ਉਸ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ, ਜਿਸ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ। ਕਿਸੇ ਵੀ ਧਰਮ ਦਾ ਆਰੰਭ ਉਸ ਪਰਮਾਤਮਾ ਤੇ ਵਿਸ਼ਵਾਸ ਤੋਂ ਹੀ ਹੁੰਦਾ ਹੈ। ਇੱਥੇ ਤਰਕ ਦੀ ਕੋਈ ਥਾਂ ਨਹੀਂ ਹੈ। ਸ਼ਾਇਦ ਇਸੇ ਲਈ ਉਸ ਕਾਦਰ ਨੇ ਅਜਿਹੇ ਸਥਾਨਾਂ ਦੀ ਰਚਨਾ ਕੀਤੀ ਹੈ ਜਿੱਥੇ ਉਹ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ। ਅਜਿਹਾ ਜਾਪਦਾ ਹੈ ਕਿ ਜਿਵੇਂ ਇਹਨਾਂ ਸਥਾਨਾਂ ਤੇ ਉਹ ਆਪ ਬਿਰਾਜਮਾਨ ਹੋਵੇ ਅਤੇ ਆਪਣੇ ਭਗਤਾਂ ਤੇ ਅੰਮ੍ਰਿਤ ਵਰਖਾ ਕਰ ਰਿਹਾ ਹੋਵੇ। ਦੈਵੀ ਅਹਿਸਾਸਾਂ ਨਾਲ ਭਰਪੂਰ ਇਹਨਾਂ ਤੀਰਥ ਸਥਾਨਾਂ ਤੱਕ ਪਹੁੰਚਣ ਦੇ ਮਾਰਗ ਉਨੇ ਹੀ ਔਖੇ ਅਤੇ ਚੁਣੌਤੀਆਂ ਭਰਪੂਰ ਹਨ। ਇਹ ਭਾਵੇਂ ਆਸਾਨ ਨਹੀਂ, ਪਰੰਤੂ ਭਗਤਾਂ ਦੀ ਉਸ ਪਾਰ ਬ੍ਰਹਮ ਵਿੱਚ ਅਥਾਹ ਸ਼ਰਧਾ ਇਹਨਾਂ ਨੂੰ ਸੌਖਾ ਬਣਾ ਦਿੰਦੀ ਹੈ। ਅਜਿਹੀ ਹੀ ਇੱਕ ਦੁਰਲਭ ਅਤੇ ਅਲੌਕਿਕ ਸੁੰਦਰਤਾ ਦੀ ਮਿਸਾਲ ਗੁਰੂ ਧਾਮ ਹੈ ਸ਼੍ਰੀ ਹੇਮਕੁੰਟ ਸਾਹਿਬ, ਜੋ ਭਾਰਤ ਦੇ ਇੱਕ ਪਹਾੜੀ ਰਾਜ ਉੱਤਰਾਖੰਡ ਵਿੱਚ ਸਥਿਤ ਹੈ। ਵਿਸ਼ਵ ਦਾ ਸਭ ਤੋਂ ਉੱਚਾ ਗੁਰਧਾਮ ਸ਼੍ਰੀ ਹੇਮਕੁੰਟ ਸਾਹਿਬ ਹਿਮਾਲਯ ਪਰਬਤ ਦੀਆਂ ਚੋਟੀਆਂ ਦੇ ਵਿਚਕਾਰ ਸਵੱਛ, ਨਿਰਮਲ ਤੇ ਕੁਦਰਤੀ ਝੀਲ ਕਿਨਾਰੇ ਸੁਸ਼ੋਭਿਤ ਹੈ। ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਇਸ ਤੀਰਥ ਸਥਾਨ ਤੇ ਖੂਬਸੂਰਤੀ, ਸ਼ਾਂਤੀ ਅਤੇ ਆਸਥਾ ਦਾ ਅਦਭੁਤ ਸੰਗਮ ਵੇਖਣ ਨੂੰ ਮਿਲਦਾ ਹੈ। ਇੱਥੋਂ ਦਾ ਹਰ ਨਜ਼ਾਰਾ, ਹਰ ਦ੍ਰਿਸ਼ ਅਦਭੁਤ ਸੁੰਦਰਤਾ ਦੀ ਇੱਕ ਮਿਸਾਲ ਹੈ। ਚਾਰੇ ਪਾਸੇ ਸੁਰੱਖਿਆ ਸਤੰਭਾਂ ਵਾਂਗ ਖੜੀਆਂ ਪਰਬਤੀ ਚੋਟੀਆਂ, ਧਰਤੀ ਅਤੇ ਆਕਾਸ਼ ਦੇ ਮਿਲਣ ਦਾ ਅਹਿਸਾਸ ਕਰਵਾਉਂਦੇ ਬੱਦਲ, ਨਿਰੰਤਰ ਵਹਿੰਦੇ ਝਰਨੇ, ਪਲ ਪਲ ਰੂਪ ਬਦਲਦਾ ਮੌਸਮ ਮੰਤਰ ਮੁਗਧ ਕਰਨ ਲਈ ਕਾਫੀ ਹਨ। ਸ਼੍ਰੀ ਹੇਮਕੁੰਟ ਸਾਹਿਬ 15,200 ਫੁੱਟ ਦੀ ਉਚਾਈ ਤੇ ਸਥਿਤ ਹੈ। ਇਹ ਗੁਰਧਾਮ ਪਰਬਤੀ ਚੋਟੀਆਂ ਦੇ ਵਿਚਕਾਰ ਬ੍ਰਹਮ ਕਮਲ ਦੀ ਤਰ੍ਹਾਂ ਸੁਸ਼ੋਭਿਤ ਹੈ। ਇਸ ਅਦਭੁਤ ਗੁਰਧਾਮ ਦੀ ਅਲੌਕਿਕ ਸੁੰਦਰਤਾ ਵਿੱਚੋਂ ਝਲਕਦੀ ਹੈ ਸਿੱਖਾਂ ਦੀ ਗੁਰੂ ਦੇ ਪ੍ਰਤੀ ਅਥਾਹ ਸ਼ਰਧਾ ਅਤੇ ਸਮਰਪਣ। ਇਸ ਵਿਲੱਖਣ ਗੁਰਧਾਮ ਦੀ ਤਰ੍ਹਾਂ ਹੀ ਵਿਲੱਖਣ ਹੈ ਸਿੱਖ ਧਰਮ ਅਤੇ ਸਿੱਖਾਂ ਦੀ ਆਸਥਾ। ਇਸ ਧਰਮ ਵਿੱਚ ਮਾਨਵਤਾ ਅਤੇ ਭਾਈਚਾਰੇ ਨੂੰ ਸਰਵੋਤਮ ਮੰਨਿਆ ਗਿਆ ਹੈ। ਉਸ ਅਕਾਲ ਪੁਰਖ ਦੀ ਅਰਦਾਸ ਵਿੱਚ ਚੜ੍ਹਦੀ ਕਲਾ ਦੀ ਕਾਮਨਾ ਕਰਨ ਵਾਲਾ ਸੱਚਾ ਸਿੱਖ ਹੀ ਪਰਮਾਤਮਾ ਨੂੰ ਮੰਨਦਾ ਹੈ ਅਤੇ ਮਨੁੱਖਤਾ ਦੀ ਸੇਵਾ ਵਿੱਚ ਹੀ ਪ੍ਰਭੂ ਦੀ ਪ੍ਰਾਪਤੀ ਦਾ ਅਨੁਭਵ ਕਰਦਾ ਹੈ। ਇੱਥੇ ਊਚ ਨੀਚ ਅਤੇ ਜਾਤ ਪਾਤ ਲਈ ਕੋਈ ਥਾਂ ਨਹੀਂ ਹੈ। ਜਨ ਸੇਵਾ ਦੀ ਜੋ ਭਾਵਨਾ ਸਿੱਖਾਂ ਵਿੱਚ ਨਜ਼ਰ ਆਉਂਦੀ ਹੈ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਅਤੇ ਇਸੇ ਲਈ ਇਹ ਕੌਮ ਵਿਸ਼ਵ ਵਿੱਚ ਮਾਣਮੱਤੀ ਹੈ। ਸਿੱਖਾਂ ਦੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਸੰਨ 1469 ਈਸਵੀ ਵਿੱਚ ਪਰਮਾਤਮਾ ਦੇ ਇਲਾਹੀ ਸੰਦੇਸ਼ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਗਿਆਨ ਦੀ ਜਿਸ ਜੋਤ ਨੂੰ ਜਗਾਇਆ, ਉਸ ਦੇਵੀ ਜੋਤ ਨੂੰ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ,
ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰ ਰਾਏ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਭਰ ਵਿੱਚ ਪ੍ਰਚਲਿਤ ਕੀਤਾ। ਵਿਸ਼ਵ ਇਤਿਹਾਸ ਵਿੱਚ ਸਿੱਖ ਕੌਮ ਸੇਵਾ, ਭਾਈਚਾਰੇ, ਸਾਹਸ ਅਤੇ ਬਹਾਦਰੀ ਦੇ ਲਈ ਜਾਣੀ ਜਾਂਦੀ ਹੈ। ਅਸਲ ਵਿੱਚ ਸਿੱਖ ਧਰਮ ਸੰਤ ਸਿਪਾਹੀ ਧਰਮ ਹੈ, ਜਿੱਥੇ ਇੱਕ ਪਾਸੇ ਜਨ ਸਧਾਰਨ ਦੇ ਲਈ ਉਸ ਵਿੱਚ ਪਿਆਰ ਅਤੇ ਸੇਵਾ ਭਾਵ ਹੈ, ਉੱਥੇ ਉਹ ਦੂਸਰੇ ਪਾਸੇ ਜ਼ੁਲਮਾਂ ਦੇ ਖਾਤਮੇ ਲਈ ਸਿਪਾਹੀ ਬਣ ਜਾਂਦਾ ਹੈ। ਵਾਹਿਗੁਰੂ ਦੇ ਚੇਲਿਆਂ ਨੇ ਗੁਰੂ ਨੂੰ ਗੁਣਾਂ ਦੀ ਖਾਣ ਕਿਹਾ ਹੈ। ਗੁਰੂ ਦੀ ਬਾਣੀ ਸੱਚੀ ਹੈ, ਸੱਚਾ ਹੈ ਗੁਰੂ ਦਾ ਦਰਬਾਰ। 6 ਗੁਰੂ ਸਾਹਿਬਾਨ ਅਤੇ 15 ਭਗਤਾਂ ਦੀ ਬਾਣੀ ਤੋਂ ਸੱਜਿਤ ਹੈ ਆਦਿ ਗ੍ਰੰਥ। ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ 5ਵੇਂ ਗੁਰੂ ਅਰਜਨ ਦੇਵ ਜੀ ਨੇ ਕੀਤੀ ਅਤੇ ਪਹਿਲਾ ਪ੍ਰਕਾਸ਼ ਸੰਨ 1604 ਈਸਵੀ ਨੂੰ ਹੋਇਆ। ਇਸ ਕੌਮ ਨੇ ਅਨੇਕ ਵਾਰ ਆਪਣੀ ਵੀਰਤਾ ਦਾ ਲੋਹਾ ਮਨਵਾਇਆ, ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸਾਹਸ ਕਰਕੇ ਜਾਣੀ ਜਾਣ ਵਾਲੀ ਸਿੱਖ ਕੌਮ ਪਤਨ ਦੇ ਹਨੇਰਿਆਂ ਵਿੱਚ ਡੁੱਬ ਚੁੱਕੀ ਸੀ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੀ ਇਹ ਹਾਲਤ ਦੇਖ ਕੇ ਬਹੁਤ ਦੁਖੀ ਹੋਏ। ਉਹਨਾਂ ਨੇ ਸਿੱਖਾਂ ਵਿੱਚ ਨਵੇਂ ਉਤਸ਼ਾਹ ਦਾ ਸੰਚਾਰ ਕਰਦੇ ਹੋਏ ਖਾਲਸਾ ਪੰਥ ਦੀ ਨੀਂਹ ਰੱਖੀ। ਸੰਨ 1699 ਈਸਵੀ ਵਿੱਚ ਉਹਨਾਂ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਗਰਜਦੇ ਸਿੰਘ ਬਣਾ ਦਿੱਤਾ। ਖਾਲਸਾ ਪੰਥ ਦੀ ਸਿਰਜਣਾ ਦੇ ਨਾਲ ਹੀ ਪੈਦਾ ਹੋਈ ਇੱਕ ਕੌਮ ਜੋ ਮਜ਼ਲੂਮਾਂ ਅਤੇ ਬੇਸਹਾਰਿਆਂ ਦਾ ਸਹਾਰਾ ਬਣੀ ਅਤੇ ਜਿਹੜੀ ਸੱਚ ਦੇ ਮਾਰਗ ਤੇ ਚੱਲਦਿਆਂ ਹਰ ਬਲੀਦਾਨ ਲਈ ਤਿਆਰ ਸੀ। ਇਸ ਪੰਥ ਦਾ ਇੱਕ ਹੀ ਨਾਰਾ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਨ 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 10ਵੇਂ ਗੁਰੂ ਸਾਹਿਬਾਨ ਦੀ ਆਤਮਿਕ ਜੋਤ ਦੇ ਰੂਪ ਵਿੱਚ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾ ਲਈ ਗੁਰੂ ਸਥਾਪਿਤ ਹੋ ਗਏ। ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਧਿਅਮ ਰਾਹੀਂ ਉਹ ਦੈਵੀ ਜੋਤ ਵਿਸ਼ਵ ਨੂੰ ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਪ੍ਰਦਾਨ ਕਰ ਰਹੀ ਹੈ। ਸਿੱਖ ਧਰਮ ਨੇ ਪਰਮਾਤਮਾ ਦੀ ਪ੍ਰਾਪਤੀ ਦਾ ਸਰਲ ਅਤੇ ਸਿੱਧਾ ਮਾਰਗ ਦਰਸਾਇਆ ਹੈ। ਪਰਮਾਤਮਾ ਦੇ ਨਾਮ ਦਾ ਜਾਪ ਕਰਨਾ, ਸੱਚੀ ਕੀਰਤ ਕਰਨਾ, ਮਾਨਵਤਾ ਦੀ ਸੇਵਾ ਕਰਨੀ ਅਤੇ ਵੰਡ ਕੇ ਛਕਣਾ ਹੀ ਸਿੱਖ ਧਰਮ ਦਾ ਮੂਲ ਸਿਧਾਂਤ ਹੈ। ਇਹੀ ਸਭ ਕੁਝ ਤਾਂ ਚਾਹੀਦਾ ਹੈ ਇੱਕ ਸੱਚਾ ਇਨਸਾਨ ਬਣਨ ਲਈ, ਅਤੇ ਇੱਕ ਸੱਚਾ ਇਨਸਾਨ ਹੀ ਉਹ ਸੱਚੇ ਬਾਦਸ਼ਾਹ ਦਾ ਪਿਆਰਾ ਹੈ। ਉਸ ਉੱਤੇ ਹੀ ਪਰਮਾਤਮਾ ਦੀਆਂ ਮਿਹਰਾਂ ਦੀ ਬਖਸ਼ਿਸ਼ ਹੁੰਦੀ ਹੈ। ਸਿੱਖਾਂ ਦੇ ਪ੍ਰਾਰਥਨਾ ਘਰ ਨੂੰ ਗੁਰਦੁਆਰਾ ਕਿਹਾ ਜਾਂਦਾ ਹੈ। ਗੁਰਦੁਆਰੇ ਦਾ ਅਰਥ ਹੈ ਗੁਰੂ ਦਾ ਦਰਬਾਰ, ਜਾਂ ਉਹ ਦਰਵਾਜ਼ਾ ਜਿਸ ਦੇ ਪਾਰ ਨਿਕਲ ਕੇ ਪਰਮਾਤਮਾ ਦੇ ਸੁੱਖ ਦਾ ਅਨੁਭਵ ਕੀਤਾ ਜਾ ਸਕਦਾ ਹੈ, ਜਿੱਥੇ ਬੈਠ ਕੇ ਹਰ ਕੋਈ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰਦਾ ਹੈ। ਗੁਰੂਦੁਆਰਾ ਸਾਹਿਬ ਦੀ ਪਹਿਚਾਨ ਹੈ ਨਿਸ਼ਾਨ ਸਾਹਿਬ, ਇੱਕ ਉੱਚਾ ਝੰਡਾ ਜਿਸ ਦੇ ਉੱਪਰ ਖੰਡਾ ਸੁਸ਼ੋਭਿਤ ਹੁੰਦਾ ਹੈ, ਅਤੇ ਕੇਸਰੀ ਰੰਗ ਦਾ ਝੰਡਾ। ਉਸ ਝੰਡੇ ਉੱਤੇ ਵੀ ਖੰਡੇ ਦਾ ਨਿਸ਼ਾਨ ਹੁੰਦਾ ਹੈ। ਨਿਸ਼ਾਨ ਸਾਹਿਬ ਆਤਮਿਕ ਅਤੇ ਸਮਾਜਿਕ ਸ਼ਕਤੀ ਦਾ ਪ੍ਰਤੀਕ ਹੈ। ਇਹ ਸਿੱਖ ਧਰਮ ਦੀ ਆਸਥਾ ਅਤੇ ਵਿਸ਼ਵਾਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਮਹਾਨ ਖੋਜ ਦੀ ਕਹਾਣੀ ਇੱਕ ਕਹਾਣੀ ਹੈ ਗੁਰੂ ਦੇ ਪ੍ਰਤੀ ਅਸੀਮ ਭਗਤੀ, ਵਿਸ਼ਵਾਸ ਅਤੇ ਬਲੀਦਾਨ ਦੀ, ਜਿੱਥੇ ਨਾ ਕੋਈ ਸਵਾਰਥ ਸੀ ਅਤੇ ਨਾ ਹੀ ਕੁਝ ਪਾਉਣ ਦੀ ਲਾਲਸਾ। ਬਸ ਜੇ ਸੀ ਤਾਂ ਗੁਰੂ ਧਾਮ ਨੂੰ ਖੋਜਣ ਦਾ ਸੰਕਲਪ। ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਵਿਖਿਆਨ ਕੀਤਾ ਹੈ। अब मैं अपनी कथा बखानो तप साधत जिह विद मोहे आनो, हेमकुंट पर्वत है जहाँ सप्त श्रृंग शोभित है तहाँ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੱਸਦੇ ਹਨ ਕਿ ਕਿਸ ਤਰ੍ਹਾਂ ਮੈਨੂੰ ਤਪੱਸਿਆ ਕਰਦੇ ਹੋਏ ਨੂੰ ਇਸ ਮਾਤ ਲੋਕ ਦੇ ਉੱਪਰ ਕਲਯੁਗ ਵਿੱਚ ਅਵਤਾਰ ਧਾਰਨਾ ਪਿਆ।
ਸਿੱਖ ਇਤਿਹਾਸਕਾਰ ਅਤੇ ਕਵੀ ਭਾਈ ਸੰਤੋਖ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਚਿੱਤਰ ਨਾਟਕ ਦੀ ਵਿਆਖਿਆ ਕਰਦੇ ਹੋਏ ਉਹਨਾਂ ਦੇ ਪੁਰਬਲੇ ਜਨਮ ਦਾ ਵਰਣਨ ਕੀਤਾ ਹੈ। ਸਤਯੁਗ ਵਿੱਚ ਇੱਕ ਵਾਰ ਮਾਂ ਦੁਰਗਾ ਦਾ ਦੈਤਾਂ ਨੇ ਪਿੱਛਾ ਕੀਤਾ ਅਤੇ ਉਹ ਹਿਮਾਲਿਆ ਪਰਬਤ ਤੇ ਆ ਕੇ ਲੁਕ ਗਈ। ਉਸ ਸਮੇਂ ਇੱਕ ਰਿਸ਼ੀ ਜੋ ਇੱਥੇ ਸਮਾਧੀ ਵਿੱਚ ਮਗਨ ਸੀ, ਉਹਨਾਂ ਨੇ ਪਰਮਾਤਮਾ ਤੋਂ ਮਦਦ ਮੰਗੀ। ਫਿਰ ਪਰਮਾਤਮਾ ਆਪ ਦੁਸ਼ਟ ਦਮਨ ਦੇ ਰੂਪ ਵਿੱਚ ਧਰਤੀ ਤੇ ਆਏ। ਉਸ ਯੋਗੀ ਨੇ ਦੈਤਾਂ ਦਾ ਵਿਨਾਸ਼ ਕਰਨ ਉਪਰੰਤ ਲੰਮੇ ਸਮੇਂ ਲਈ ਇਸ ਸਥਾਨ ਤੇ ਤਪੱਸਿਆ ਕੀਤੀ। ਘੋਰ ਤਪ ਕਰਨ ਸਦਕਾ ਦੁਸ਼ਟ ਦਮਨ ਨੂੰ ਮੁਕਤੀ ਪ੍ਰਾਪਤ ਹੋਈ। ਕਲਯੁਗ ਵਿੱਚ ਇਹੀ ਦੁਸ਼ਟ ਦਮਨ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਪ੍ਰਗਟ ਹੋਏ। ਦੁਸ਼ਟ ਦਮਨ ਭਗਵਾਨ ਸਰੂਪ ਵਿੱਚ ਪਿਛਲੇ ਜਨਮ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਿੱਥੇ ਕਾਲ ਕਾ ਜੋ ਕਾਲ ਦਾ ਵੀ ਕਾਲ, ਕਾਲਨ ਕੋ ਕਾਲ, ਮਹਾਕਾਲਨ ਕੋ ਮਹਾਕਾਲ ਹੈ, ਉਸ ਅਕਾਲ ਪੁਰਖ ਦੀ ਆਰਾਧਨਾ ਸਤਿਗੁਰੂ ਜੀ ਇੱਥੇ ਕਰਦੇ ਹੋਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਦੇ ਕੋਲ ਬੇਨਤੀ ਕੀਤੀ, ਤਾਤ ਮਾਤ ਮੁਰ ਅਲਖ ਰਾਧਾ ਬਹੁ ਬੇ ਜੋਗ ਸਾਧਨਾ ਸਾਧਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ। ਭਾਈ ਸੰਤੋਖ ਸਿੰਘ ਦੀ ਰਚਨਾ ਤੋਂ ਪ੍ਰੇਰਣਾ ਲੈ ਕੇ ਪੰਡਤ ਤਾਰਾ ਸਿੰਘ ਨਰੋਤਮ ਪਾਂਡੂਕੇਸ਼ਵਰ ਪਹੁੰਚੇ। ਉੱਥੇ ਉਹਨਾਂ ਨੇ ਸਥਾਨਕ ਲੋਕਾਂ ਤੋਂ ਸਪਤ ਸਿੰਘ ਅਤੇ ਹੇਮਕੁੰਟ ਸੰਬੰਧੀ ਜਾਣਕਾਰੀ ਹਾਸਲ ਕੀਤੀ। ਇਸ ਦਾ ਵਰਣਨ ਉਹਨਾਂ ਨੇ ਆਪਣੀ ਪੁਸਤਕ ਗੁਰੂ ਤੀਰਥ ਸੰਗ੍ਰਹਿ ਵਿੱਚ ਕੀਤਾ ਹੈ। ਇਸ ਖੋਜ ਨੂੰ ਹੋਰ ਪ੍ਰੌੜਤਾ ਪ੍ਰਦਾਨ ਕਰਦੇ ਹੋਏ ਭਾਈ ਵੀਰ ਸਿੰਘ ਜੀ ਨੇ ਕਲਗੀਧਰ ਚਮਤਕਾਰ ਵਿੱਚ ਕਿਰਪਾ ਨਿਦਾਨ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਜੀਵਨ ਨੂੰ ਕਲਮਬੱਧ ਕੀਤਾ। ਸੰਨ 1932 ਵਿੱਚ ਗੁਰੂ ਜੀ ਦੇ ਇੱਕ ਹੋਰ ਭਗਤ ਸੰਤ ਸੋਹਣ ਸਿੰਘ ਜੀ ਗੁਰੂ ਕਿਰਪਾ ਨਾਲ ਕੁਦਰਤ ਦਾ ਕਰਿਸ਼ਮਾ ਕਹੇ ਜਾਣ ਵਾਲੇ ਸ਼੍ਰੀ ਹੇਮਕੁੰਟ ਸਾਹਿਬ ਦੀ ਖੋਜ ਲਈ ਨਿਕਲੇ। ਉਸ ਸਮੇਂ ਉਹ ਸੈਨਾ ਵਿੱਚੋਂ ਸੇਵਾ ਮੁਕਤ ਹੋ ਚੁੱਕੇ ਸਨ ਅਤੇ ਟੀਰੀ ਗੜਵਾਲ ਦੇ ਇੱਕ ਗੁਰਦੁਆਰੇ ਵਿੱਚ ਗ੍ਰੰਥੀ ਵਜੋਂ ਸੇਵਾਵਾਂ ਨਿਭਾ ਰਹੇ ਸਨ। ਸੰਤ ਸੋਹਣ ਸਿੰਘ ਜੀ ਨੇ ਜਦੋਂ ਬਚਿੱਤਰ ਨਾਟਕ ਪੜ੍ਹਿਆ ਤਾਂ ਉਹਨਾਂ ਦੇ ਮਨ ਵਿੱਚ ਗੁਰੂ ਧਾਮ ਦੇ ਦਰਸ਼ਨਾਂ ਦੀ ਇੱਛਾ ਪੈਦਾ ਹੋਈ ਅਤੇ ਉਹ ਤੁਰ ਪਏ। ਨਾਟਕ ਵਿੱਚ ਦੱਸੇ ਚਨਾਂ ਦੇ ਆਧਾਰ ਤੇ ਸ਼੍ਰੀ ਹੇਮਕੁੰਟ ਸਾਹਿਬ ਦੀ ਖੋਜ ਲਈ ਅਨੇਕਾਂ ਰੁਕਾਵਟਾਂ ਅਤੇ ਮੁਸ਼ਕਲਾਂ ਨਾਲ ਜੂਝਦੇ ਹੋਏ ਆਖਿਰ ਪਰਮਾਤਮਾ ਦੀ ਬਖਸ਼ਿਸ਼ ਸਦਕਾ ਉਹਨਾਂ ਨੇ ਸੰਨ 1934 ਵਿੱਚ ਗੁਰੂ ਜੀ ਦਾ ਤਪ ਅਸਥਾਨ ਖੋਜ ਲਿਆ। ਹੇਮਕੁੰਟ ਸਾਹਿਬ ਦੀ ਖੋਜ ਕਰਨ ਤੋਂ ਬਾਅਦ ਸੰਤ ਸੋਹਣ ਸਿੰਘ ਜੀ ਨੇ ਨਿਸ਼ਚਾ ਕੀਤਾ ਕਿ ਉਹ ਇੱਥੇ ਇੱਕ ਗੁਰਦੁਆਰਾ ਸਥਾਪਿਤ ਕਰਨਗੇ। ਸੰਤ ਸੋਹਣ ਸਿੰਘ ਜੀ ਨੇ ਮਹਾਨ ਵਿਦਵਾਨ ਭਾਈ ਵੀਰ ਸਿੰਘ ਦੇ ਸਹਿਯੋਗ ਨਾਲ ਹੇਮਕੁੰਟ ਸਾਹਿਬ ਵਿੱਚ ਗੁਰਦੁਆਰਾ ਨਿਰਮਾਣ ਦੇ ਯਤਨ ਆਰੰਭ ਕਰ ਦਿੱਤੇ। ਭਾਈ ਵੀਰ ਸਿੰਘ ਜੀ ਨੇ ਇਸ ਪਵਿੱਤਰ ਕਾਰਜ ਲਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਇੱਕ ਟੈਂਟ ਅਤੇ 2000 ਰੁਪਏ ਕਾਰ ਸੇਵਾ ਲਈ ਭੇਂਟ ਕੀਤੇ। ਪਵਿੱਤਰ ਯਾਤਰਾ ਲਈ ਸੰਤ ਸੋਹਣ ਸਿੰਘ ਜੀ ਨੇ ਹਵਲਦਾਰ ਮੋਦਨ ਸਿੰਘ ਦੀ ਸਹਾਇਤਾ ਲਈ। ਹਵਲਦਾਰ ਮੋਦਨ ਸਿੰਘ ਭਾਰਤੀ ਸੈਨਾ ਦੇ ਸਰਵੇ ਵਿਭਾਗ ਵਿੱਚ ਤੈਨਾਤ ਸਨ। ਸੰਨ 1935 ਵਿੱਚ ਉਹ ਹੇਮਕੁੰਟ ਪਹੁੰਚੇ ਅਤੇ ਉਹਨਾਂ ਨੇ ਇਸ ਅਦਭੁਤ ਸਥਾਨ ਉੱਤੇ ਇੱਕ ਅਦੁੱਤੀ ਨਿਰਮਾਣ ਦੀ ਨੀਂਹ ਰੱਖੀ। ਇਹ ਉਹਨਾਂ ਦੀ ਸ਼ਰਧਾ ਅਤੇ ਵਿਸ਼ਵਾਸ ਦਾ ਹੀ ਨਤੀਜਾ ਸੀ ਕਿ ਉਸੇ ਸਾਲ 1935 ਵਿੱਚ ਹੇਮਕੁੰਟ ਸਾਹਿਬ ਗੁਰਦੁਆਰਾ ਬਣ ਕੇ ਤਿਆਰ ਹੋ ਗਿਆ। ਗੁਰੂ ਦੇ ਇਹਨਾਂ ਮਹਾਨ ਚੇਲਿਆਂ ਨੇ ਆਪਣੇ ਗੁਰੂ ਦੇ ਪੂਰਬਲੇ ਜਨਮ ਦੇ ਤਪ ਅਸਥਾਨ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ। ਪੁੰਡਿਆਰ ਪਿੰਡ ਦੇ ਨੰਦਾ ਸਿੰਘ ਚੌਹਾਨ ਨੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੁੱਕ ਕੇ ਗੁਰਦੁਆਰਾ ਸਾਹਿਬ ਤੱਕ ਪਹੁੰਚਾਇਆ। ਹੇਮਕੁੰਟ ਸਾਹਿਬ ਲਈ ਪਹਿਲੇ ਜੱਥੇ ਨੇ ਸੰਨ 1952 ਵਿੱਚ ਯਾਤਰਾ ਕੀਤੀ। ਪੁਰਾਣਾ ਗੁਰਦੁਆਰਾ
10 ਬਾਈ 10 ਆਕਾਰ ਵਿੱਚ ਬਣਾਇਆ ਗਿਆ ਅਤੇ ਇਹ ਝੀਲ ਦੇ ਕਿਨਾਰੇ ਸਥਿਤ ਸੀ। ਇਸ ਗੁਰਦੁਆਰੇ ਦੇ ਨਿਰਮਾਣ ਲਈ ਸਥਾਨਕ ਸਮੱਗਰੀ ਪ੍ਰਯੋਗ ਕੀਤੀ ਗਈ। ਗੁਰਦੁਆਰੇ ਦੇ ਸਹਿਯੋਗ ਪ੍ਰਬੰਧ ਲਈ ਮੋਦਨ ਸਿੰਘ ਨੇ 1960 ਵਿੱਚ ਹੀ ਗੁਰਦੁਆਰਾ ਹੇਮਕੁੰਡ ਪ੍ਰਬੰਧਕ ਟਰਸਟ ਦੀ ਸਥਾਪਨਾ ਕੀਤੀ। ਅੱਜਕੱਲ ਟਰਸਟ ਦਾ ਮੁੱਖ ਦਫ਼ਤਰ ਰਿਸ਼ੀਕੇਸ਼ ਵਿੱਚ ਸਥਿਤ ਹੈ। ਸੰਨ 60 ਦੇ ਦਹਾਕੇ ਤੱਕ ਹੇਮਕੁੰਡ ਸਾਹਿਬ ਦੀ ਯਾਤਰਾ ਇੱਕ ਚੁਣੌਤੀ ਭਰਿਆ ਕਾਰਜ ਸੀ। ਉਸ ਸਮੇਂ ਭਾਰੀ ਬਰਫ਼ਬਾਰੀ ਅਤੇ ਠਹਿਰਨ ਦੀ ਉਚਿਤ ਵਿਵਸਥਾ ਨਾ ਹੋਣ ਦੇ ਬਾਵਜੂਦ ਵੀ ਹਰ ਸਾਲ ਸ਼ਰਧਾਲੂਆਂ ਦੀ ਗਿਣਤੀ ਵਧਦੀ ਰਹੀ। ਤੀਰਥ ਯਾਤਰੀਆਂ ਦੀ ਸ਼ਰਧਾ ਅਤੇ ਜੋਸ਼ ਨੂੰ ਦੇਖਦਿਆਂ ਟਰਸਟ ਨੇ ਹੇਮਕੁੰਡ ਸਾਹਿਬ ਵਿੱਚ ਇੱਕ ਵੱਡੇ ਗੁਰਦੁਆਰੇ ਦੀ ਲੋੜ ਮਹਿਸੂਸ ਕੀਤੀ। ਟਰਸਟ ਗੁਰਦੁਆਰੇ ਲਈ ਇੰਨਾ ਵੱਡਾ ਥਾਂ ਚਾਹੁੰਦਾ ਸੀ ਜਿੱਥੇ ਇੱਕ ਹੀ ਸਮੇਂ ਲਗਭਗ 500 ਸ਼ਰਧਾਲੂ ਅਰਦਾਸ ਕਰ ਸਕਣ। ਇਸ ਤਰ੍ਹਾਂ ਵਰਤਮਾਨ ਦੇ ਨਿਰਮਾਣ ਦੀ ਪ੍ਰਕਿਰਿਆ ਆਰੰਭ ਹੋਈ। ਧਰਮ ਰਮਣੀਕ ਗੁਰਧਾਮ ਵਿੱਚ ਅਦੁੱਤੀ ਗੁਰਦੁਆਰੇ ਦੇ ਨਿਰਮਾਣ ਲਈ ਟਰਸਟ ਨੇ ਜਨਰਲ ਹਰਕੀਰਤ ਸਿੰਘ ਜੀ ਨੂੰ ਅਜਿਹੇ ਆਰਕੀਟੈਕਟ ਨੂੰ ਨਿਯੁਕਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਜੋ ਹੇਮਕੁੰਡ ਸਾਹਿਬ ਦੀਆਂ ਪਰਿਸਥਿਤੀਆਂ ਅਨੁਸਾਰ ਇੱਕ ਨਵੇਂ ਗੁਰਦੁਆਰੇ ਦੇ ਡਿਜ਼ਾਈਨ ਤਿਆਰ ਕਰ ਸਕਣ। ਇਸ ਤਰ੍ਹਾਂ ਵਰਤਮਾਨ ਗੁਰਦੁਆਰੇ ਦੇ ਡਿਜ਼ਾਈਨ ਦੀ ਯੋਜਨਾ ਆਰੰਭ ਹੋਈ। ਇਸ ਡਿਜ਼ਾਈਨ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਮਿਲਟਰੀ ਇੰਜੀਨੀਅਰਿੰਗ ਸਰਵਿਸਿਜ਼ ਦੇ ਅਨੁਭਵੀ ਇੰਜੀਨੀਅਰ ਮਨਮੋਹਨ ਸਿੰਘ ਸਿਆਲੀ ਨੂੰ ਦਿੱਤੀ ਗਈ। ਉਹਨਾਂ ਦੀ ਅਗਵਾਈ ਵਿੱਚ ਇੱਕ ਟੀਮ ਨੇ ਹੇਮਕੁੰਡ ਸਾਹਿਬ ਦੀ ਯਾਤਰਾ ਕੀਤੀ। ਉੱਥੇ ਟੀਮ ਨੇ ਸਾਰੀਆਂ ਗੱਲਾਂ ਜਿਵੇਂ ਜ਼ਮੀਨ, ਮੌਸਮ, ਝੀਲ ਦਾ ਸਤਰ, ਮਿੱਟੀ ਦੀ ਕਿਸਮ, ਬਰਫ਼ ਦਾ ਭਾਰ, ਦਬਾਅ ਆਦਿ ਦਾ ਡੂੰਘਾ ਅਧਿਐਨ ਅਤੇ ਵਿਸ਼ਲੇਸ਼ਣ ਕੀਤਾ। ਇਸ ਤਰ੍ਹਾਂ ਸਭ ਤੋਂ ਪਹਿਲਾਂ ਇਸ ਸਥਾਨ ਦਾ ਲੇਆਊਟ ਤਿਆਰ ਕੀਤਾ ਗਿਆ। ਇਸ ਡਿਜ਼ਾਈਨ ਵਿੱਚ ਗਰਾਊਂਡ ਫਲੋਰ, ਫਸਟ ਫਲੋਰ ਅਤੇ ਛੱਤ ਆਦਿ ਨੂੰ ਵਿਗਿਆਨਕ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ। ਹੇਮਕੁੰਡ ਸਾਹਿਬ ਦੇ ਗਰਾਊਂਡ ਫਲੋਰ ਵਿੱਚ ਪ੍ਰਵੇਸ਼ ਦੁਆਰ, ਦਰਬਾਰ ਹਾਲ ਲਈ ਪੌੜੀਆਂ, ਆਰਾਮ ਘਰ, ਲੰਗਰ ਹਾਲ ਆਦਿ ਹਰੇਕ ਹਿੱਸੇ ਦਾ ਵਿਸ਼ਿਸ਼ਟ ਡਿਜ਼ਾਈਨ ਤਿਆਰ ਕੀਤਾ ਗਿਆ। ਪਹਿਲੀ ਮੰਜ਼ਿਲ ਨੂੰ ਦਰਬਾਰ ਹਾਲ ਬਣਾਇਆ ਗਿਆ। ਇਸ ਵਿੱਚ ਲਗਭਗ 500 ਸ਼ਰਧਾਲੂਆਂ ਲਈ ਇੱਕੋ ਵਾਰੀ ਅਰਦਾਸ ਦੀ ਵਿਵਸਥਾ ਕੀਤੀ ਗਈ। ਇਸ ਦਰਬਾਰ ਹਾਲ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇੱਥੋਂ ਸ਼ਰਧਾਲੂ ਬਰਫ਼ ਨਾਲ ਢਕੀਆਂ ਚੋਟੀਆਂ ਦਾ ਨਜ਼ਾਰਾ ਵੀ ਦੇਖ ਸਕਦੇ ਹਨ। ਗੁਰਦੁਆਰੇ ਦੀ ਛੱਤ ਦਾ ਡਿਜ਼ਾਈਨ ਇੰਜੀਨੀਅਰਾਂ ਦੇ ਲਈ ਇੱਕ ਵੱਡੀ ਚੁਣੌਤੀ ਸੀ, ਕਿਉਂਕਿ ਸਰਦੀਆਂ ਵਿੱਚ ਇੱਥੇ 25 ਫੁੱਟ ਤੋਂ ਵੀ ਜ਼ਿਆਦਾ ਬਰਫ਼ ਪੈਂਦੀ ਹੈ। ਛੱਤ ਡਿਜ਼ਾਈਨ ਕਰਨ ਲਈ ਇੰਜੀਨੀਅਰਾਂ ਨੇ ਬਰਫ਼ ਦੇ ਭਾਰ, ਹਵਾ ਦੇ ਦਬਾਅ ਅਤੇ ਛੱਤ ਤੋਂ ਬਰਫ਼ ਖਿਸਕਣ ਆਦਿ ਸਾਰੀਆਂ ਸਥਿਤੀਆਂ ਦਾ ਗਹਿਰਾ ਅਧਿਐਨ ਕੀਤਾ। ਸਾਰੀਆਂ ਸਥਿਤੀਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਛੱਤ ਦੇ ਡਿਜ਼ਾਈਨ ਨੂੰ ਮਨਜ਼ੂਰੀ ਮਿਲੀ। ਡਿਜ਼ਾਈਨ ਦੇ ਅਨੁਸਾਰ ਛੱਤ ਐਲੂਮੀਨੀਅਮ ਦੀ ਬਣਾਈ ਗਈ ਅਤੇ ਇਸ 5 ਕੋਣੀ ਛੱਤ ਨੂੰ ਉਭਾਰ ਅਤੇ ਢਲਾਨ ਦਾ ਮਿਸ਼ਰਤ ਰੂਪ ਪ੍ਰਦਾਨ ਕੀਤਾ ਗਿਆ ਤਾਂ ਕਿ ਹਵਾ ਦੇ ਦਬਾਅ ਅਤੇ ਬਰਫ਼ ਦੇ ਕਾਰਨ ਗੁਰਦੁਆਰੇ ਨੂੰ ਨੁਕਸਾਨ ਨਾ ਪਹੁੰਚੇ। ਇਸ ਤਰ੍ਹਾਂ ਤਿਆਰ ਹੋਇਆ ਖੂਬਸੂਰਤੀ ਲਾਸਾਨੀ ਮਿਸਾਲ ਹੇਮਕੁੰਡ ਸਾਹਿਬ ਗੁਰਦੁਆਰਾ। ਵਿਸ਼ੇਸ਼ ਸ਼ੈਲੀ ਵਿੱਚ ਉਸਾਰੇ ਇਸ ਗੁਰਦੁਆਰੇ ਦੀ ਖਿੱਚ ਅਜਿਹੀ ਹੈ ਕਿ ਇੱਕ ਪਲ ਲਈ ਤਾਂ ਨਜ਼ਰਾਂ ਠਹਿਰ ਜਾਂਦੀਆਂ ਹਨ। 5 ਕੋਣੀ ਛੱਤ ਦੇ ਉੱਪਰੀ ਭਾਗ ਤੋਂ ਅਸਮਾਨੀ ਰੋਸ਼ਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਸਿੱਧੀ ਇਸ ਤਰ੍ਹਾਂ ਪੈਂਦੀ ਹੈ ਜਿਵੇਂ ਪਰਮਾਤਮਾ ਆਪ ਗਿਆਨ ਦਾ ਪ੍ਰਕਾਸ਼ ਫੈਲਾ ਰਿਹਾ ਹੋਵੇ। ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਜੋ ਹਰ ਇੱਕ ਸਿੱਖ ਮਾਈ ਭਾਈ ਦੇਸ਼ ਵਿਦੇਸ਼ ਤੋਂ ਆਪਣੀ ਮਨ ਵਿੱਚ ਇੱਕ ਤਮੰਨਾ ਰੱਖਦਾ ਹੈ ਕਿ ਅਸੀਂ ਹੇਮਕੁੰਡ ਸਾਹਿਬ ਜੀ ਦੀ ਯਾਤਰਾ ਜ਼ਰੂਰ ਕਰਨੀ ਹੈ। ਯਾਤਰਾ ਭਾਵੇਂ ਕਿਤਨੀ ਵੀ ਕਠਿਨ ਕਿਉਂ ਨਾ ਹੋਵੇ ਤੇ ਗੁਰਸਿੱਖ ਲੰਘ ਗੁਰੂ ਪਹਿ ਜਾਏ ਦੇ ਸ਼ਬਦਾਂ ਦੇ ਅਨੁਸਾਰ ਉਹ ਆਪਣੇ ਗੁਰੂ ਦੀ
ਅਸੀਸ ਲੈਣ ਦੇ ਵਾਸਤੇ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨ ਦੇ ਵਾਸਤੇ ਇਹ ਸ੍ਰੀ ਹੇਮਕੁੰਟ ਸਾਹਿਬ ਵਿਖੇ ਵੀ ਆ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਅਰਦਾਸ ਜੋਤੜੀ ਕਰਦੇ ਹਨ। ਔਰ ਹਰ ਇੱਕ ਸਿੱਖ ਇੱਕ ਮੰਗ ਵੀ ਲੈ ਕੇ ਜਾਂਦਾ ਹੈ ਕਿ ਸਤਿਗੁਰੂ ਪਾਤਸ਼ਾਹ ਮੈਨੂੰ ਇਸ ਸਥਾਨ ਦੇ ਦਰਸ਼ਨ ਦੀਦਾਰ ਹਮੇਸ਼ਾ ਹੀ ਬਖਸ਼ਿਸ਼ ਕਰਦੇ ਰਹਿਣਾ। ਹੇਮਕੁੰਟ ਸਾਹਿਬ ਜੀ ਦੀ ਯਾਤਰਾ ਜੂਨ ਮਹੀਨੇ ਤੋਂ 5 ਅਕਤੂਬਰ ਤੱਕ ਹੀ ਸੰਭਵ ਹੈ, ਕਿਉਂਕਿ ਅਕਤੂਬਰ ਮਹੀਨੇ ਤੋਂ ਹੇਮਕੁੰਟ ਵਿੱਚ ਬਰਫ਼ਬਾਰੀ ਸ਼ੁਰੂ ਹੋ ਜਾਂਦੀ ਹੈ। ਹਰ ਸਾਲ ਮਈ ਮਹੀਨੇ ਵਿੱਚ ਤੀਰਥ ਯਾਤਰੀਆਂ ਦਾ ਪਹਿਲਾ ਜੱਥਾ ਰਸਤੇ ਵਿੱਚ ਜੰਮੀ ਬਰਫ਼ ਅਤੇ ਗਲੇਸ਼ੀਅਰਾਂ ਨੂੰ ਹਟਾਉਣ ਦਾ ਕੰਮ ਕਰਦਾ ਹੈ, ਜਿਸ ਨੂੰ ਕਾਰ ਸੇਵਾ ਕਿਹਾ ਜਾਂਦਾ ਹੈ। ਹੇਮਕੁੰਟ ਸਾਹਿਬ ਪਹੁੰਚਣ ਦਾ ਰਾਹ ਆਸਾਨ ਨਹੀਂ ਹੈ, ਪਰੰਤੂ ਇਹ ਵਾਹਿਗੁਰੂ ਜੀ ਦੀ ਕਿਰਪਾ ਹੈ ਕਿ ਸ਼ਰਧਾਲੂ ਬਿਨਾਂ ਕਿਸੇ ਰੁਕਾਵਟ ਦੇ ਯਾਤਰਾ ਸੰਪੂਰਨ ਕਰਦੇ ਹਨ। ਪਿੱਛੇ ਕਠਿਨਾਈਆਂ ਤਾਂ ਬਹੁਤ ਕੱਟੀਆਂ ਹਨ ਤੇ ਹੁਣ ਪਰਮਾਤਮਾ ਹਿੰਮਤ ਦੇਵੇ ਕਿ ਵੀ ਆਪਣਾ ਹੇਮਕੁੰਟ ਸਾਹਿਬ ਜਾ ਕੇ ਦਰਸ਼ਨ ਕਰੀਏ। ਹਰਿਦੁਆਰ ਤੋਂ ਹੇਮਕੁੰਟ ਦੇ ਵਿੱਚ 7 ਗੁਰਦੁਆਰੇ ਸਥਾਪਿਤ ਕੀਤੇ ਗਏ ਹਨ, ਜੋ ਯਾਤਰੀਆਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਉਂਦੇ ਹਨ। ਇਹ ਗੁਰਦੁਆਰੇ ਹਰਿਦੁਆਰ, ਰਿਸ਼ੀਕੇਸ਼, ਸ਼੍ਰੀਨਗਰ, ਜੋਸ਼ੀਮਠ, ਗੋਬਿੰਦ ਘਾਟ, ਗੋਬਿੰਦ ਧਾਮ ਅਤੇ ਹੇਮਕੁੰਟ ਸਾਹਿਬ ਸਥਿਤ ਹਨ। ਇਹਨਾਂ ਸਾਰੇ ਗੁਰਦੁਆਰਿਆਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਨੂੰ ਸੌਂਪੀ ਗਈ ਹੈ। ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਪਹੁੰਚਦੇ ਹਨ। ਰਿਸ਼ੀਕੇਸ਼ ਤੱਕ ਹਵਾਈ ਅਤੇ ਰੇਲ ਮਾਰਗ ਦੀ ਸਹੂਲਤ ਵੀ ਹੈ। ਪਵਿੱਤਰ ਮੰਦਰਾਂ ਦੀ ਨਗਰੀ ਰਿਸ਼ੀਕੇਸ਼ ਨੂੰ ਹੇਮਕੁੰਟ ਦੀ ਯਾਤਰਾ ਦਾ ਆਰੰਭ ਸਥਾਨ ਕਿਹਾ ਜਾ ਸਕਦਾ ਹੈ। ਰਿਸ਼ੀਕੇਸ਼ ਨੂੰ ਰਿਸ਼ੀ ਮੁਨੀਆਂ ਦਾ ਤਪ ਸਥਾਨ ਵੀ ਕਿਹਾ ਜਾਂਦਾ ਹੈ। ਰਿਸ਼ੀਕੇਸ਼ ਵਿੱਚ ਹੇਮਕੁੰਟ ਮੈਨੇਜਮੈਂਟ ਟਰਸਟ ਦਾ ਗੁਰਦੁਆਰਾ ਹੈ, ਜੋ ਤੀਰਥ ਯਾਤਰੀਆਂ ਨੂੰ ਆਵਾਸ ਤੇ ਲੰਗਰ ਦੀ ਸੁਵਿਧਾ ਮੁਹੱਈਆ ਕਰਵਾਉਂਦਾ ਹੈ। ਇਸ ਗੁਰਦੁਆਰੇ ਵਿੱਚ ਇੱਕੋ ਸਮੇਂ ਲਗਭਗ 4000 ਯਾਤਰੀਆਂ ਦੇ ਠਹਿਰਨ ਦੀ ਵਿਵਸਥਾ ਹੈ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਰਿਸ਼ੀਕੇਸ਼ ਵਿਖੇ ਟਰਸਟ ਦੇ ਵੱਲੋਂ ਵੱਖ-ਵੱਖ ਬਲਾਕਸ, ਕਮਰੇ, ਹਾਲ, ਟਾਇਲਟ ਬਲਾਕਸ ਅਤੇ ਹੋਰ ਸੁਵਿਧਾਵਾਂ ਜਿਵੇਂ ਜਿਸ ਦੇ ਵਿੱਚ ਸੰਗਤਾਂ ਲਈ ਲਾਇਬ੍ਰੇਰੀ, ਬੁੱਕ ਸਟਾਲ ਅਤੇ ਸੁਵਿਧਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਟਰਸਟ ਦੁਆਰਾ ਇੱਥੇ ਇੱਕ ਸਕੂਲ ਵੀ ਚਲਾਇਆ ਜਾ ਰਿਹਾ ਹੈ, ਜਿੱਥੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ। ਤੀਰਥ ਯਾਤਰੀ ਇਸ ਗੁਰਦੁਆਰੇ ਵਿੱਚ ਆਰਾਮ ਕਰਨ ਉਪਰੰਤ ਸਵੇਰੇ ਵੇਲੇ ਹੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਆਰੰਭ ਕਰਦੇ ਹਨ। ਰਿਸ਼ੀਕੇਸ਼ ਤੋਂ ਬਾਅਦ ਸ਼ੁਰੂ ਹੁੰਦੀ ਹੈ ਪਹਾੜੀ ਸੜਕਾਂ ਤੇ ਰੋਮਾਂਚਕ ਯਾਤਰਾ। ਵੱਲ ਖਾਂਦੀਆਂ ਸੜਕਾਂ, ਘੁਮਾਵਦਾਰ ਮੋੜ, ਕੁਦਰਤੀ ਨਜ਼ਾਰੇ ਤੁਹਾਡਾ ਸਵਾਗਤ ਕਰਨ ਲਈ ਤਿਆਰ ਹਨ। ਰਸਤੇ ਵਿੱਚ ਸ਼ਰਧਾਲੂ ਪਵਿੱਤਰ ਸਥਾਨ ਦੇਵ ਪ੍ਰਯਾਗ ਦੇ ਦਰਸ਼ਨ ਕਰਦੇ ਹਨ, ਜੋ ਕਿ ਭਾਗੀਰਥੀ ਅਤੇ ਅਲਕਨੰਦਾ ਦਾ ਮਿਲਨ ਸਥਾਨ ਹੈ। ਇਹ ਉਹੀ ਸਥਾਨ ਹੈ ਜਿੱਥੋਂ ਗੰਗਾ ਆਪਣੇ ਸੰਪੂਰਨ ਸਵਰੂਪ ਨੂੰ ਧਾਰਨ ਕਰਦੀ ਹੈ। ਇੱਥੇ ਇੱਕ ਪਾਸੇ ਜਿੱਥੇ ਉੱਚੇ ਉੱਚੇ ਪਹਾੜ ਹਨ, ਉੱਥੇ ਦੂਜੇ ਪਾਸੇ ਡੂੰਘੀਆਂ ਖੱਡਾਂ। ਇਹਨਾਂ ਖੱਡਾਂ ਵਿੱਚ ਵਗਦੀ ਗੰਗਾ ਜੀ ਦੀ ਤੇਜ਼ ਧਾਰਾ ਹਿਰਦੇ ਨੂੰ ਰੋਮਾਂਚਿਤ ਕਰ ਦਿੰਦੀ ਹੈ। ਸਿੱਖ ਸ਼ਰਧਾਲੂਆਂ ਵਿੱਚ ਇਸ ਮਾਰਗ ਨੂੰ ਗੋਬਿੰਦ ਮਾਰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਕੇਵਲ ਦੇਸ਼ ਤੋਂ ਹੀ ਨਹੀਂ, ਵਿਦੇਸ਼ਾਂ ਤੋਂ ਵੀ ਸ਼ਰਧਾਲੂ ਹਰ ਸਾਲ ਆਉਂਦੇ ਹਨ। ਕੁਝ ਸ਼ਰਧਾਲੂ ਤਾਂ ਹੇਮਕੁੰਟ ਲਈ ਨੰਗੇ ਪੈਰ ਹੀ ਚੱਲ ਪੈਂਦੇ ਹਨ। ਇਹ ਗੁਰੂ ਕਿਰਪਾ ਹੀ ਹੈ ਕਿ ਪੈਰਾਂ ਤੇ ਛਾਲੇ ਪੈ ਜਾਣ ਦੇ ਬਾਵਜੂਦ ਇਹਨਾਂ ਦੇ ਚਿਹਰਿਆਂ ਤੇ ਸ਼ਿਕਨ ਤੱਕ ਨਹੀਂ ਹੁੰਦੀ। ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਲਈ ਦੂਜਾ ਪੜਾਅ ਹੈ ਸ਼੍ਰੀਨਗਰ। ਸ਼੍ਰੀਨਗਰ ਅਲਕਨੰਦਾ ਨਦੀ ਦੇ ਕਿਨਾਰੇ ਵਸਿਆ ਇੱਕ ਪ੍ਰਾਚੀਨ ਨਗਰ ਹੈ। ਇਹ ਨਗਰ ਗੜਵਾਲ ਖੇਤਰ ਦੀ ਰਾਜਧਾਨੀ ਹੁੰਦਾ ਸੀ। ਇੱਕ ਵਾਰ ਸ਼੍ਰੀਨਗਰ ਗੜਵਾਲ ਦੇ ਰਾਜਾ ਫਤਿਹ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾ ਨਾਲ ਯੁੱਧ ਕੀਤਾ ਅਤੇ ਹਾਰ ਗਿਆ,
ਯੁੱਧ ਜਿੱਤਣ ਤੋਂ ਬਾਅਦ ਸਿੰਘਾਂ ਨੇ ਗੜਵਾਲ ਤੇ ਕਬਜ਼ਾ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਸਿੰਘਾਂ ਦਾ ਕਰਤੱਵ ਜ਼ੁਲਮ ਅਤੇ ਅਤਿਆਚਾਰ ਖਤਮ ਕਰਨਾ ਹੈ, ਰਾਜ ਕਰਨਾ ਨਹੀਂ। ਸ਼੍ਰੀਨਗਰ ਤੋਂ ਬਾਅਦ ਮਾਰਗ ਵਿੱਚ ਰੁਦਰਪ੍ਰਯਾਗ, ਕਰਨ ਪ੍ਰਯਾਗ ਅਤੇ ਨੰਦ ਪ੍ਰਯਾਗ ਵਰਗੇ ਅਨੇਕ ਦਰਸ਼ਨੀ ਸਥਾਨਾਂ ਦੇ ਦਰਸ਼ਨ ਕਰਦੇ ਹੋਏ ਸ਼ਰਧਾਲੂ ਪਹੁੰਚਦੇ ਹਨ ਜੋਸ਼ੀ ਮੱਠ। ਤੀਸਰੀ ਸਦੀ ਵਿੱਚ ਸ਼ੰਕਰਾਚਾਰਿਆ ਨੇ ਇਸ ਮੱਠ ਦੀ ਸਥਾਪਨਾ ਕੀਤੀ ਸੀ। ਇੱਥੋਂ ਦਿਖਾਈ ਦਿੰਦੀ ਪਰਬਤ ਲੜੀ, ਹਾਥੀ ਪਹਾੜ ਅਤੇ ਬਰਫ਼ ਨਾਲ ਢਕੇ ਪਹਾੜਾਂ ਦਾ ਖੂਬਸੂਰਤ ਨਜ਼ਾਰਾ ਯਾਤਰੀਆਂ ਦੀ ਖਿੱਚ ਦਾ ਕੇਂਦਰ ਹੁੰਦਾ ਹੈ। ਇੱਥੋਂ ਕੁਝ ਦੂਰੀ ਤੇ ਔਲੀ ਸੈਰਗਾਹ ਹੈ ਜੋ ਬਰਫ਼ ਦੀਆਂ ਖੇਡਾਂ ਲਈ ਵਿਸ਼ਵ ਪ੍ਰਸਿੱਧ ਹੈ। ਜੋਸ਼ੀ ਮੱਠ ਵਿੱਚ ਯਾਤਰੀਆਂ ਦੇ ਠਹਿਰਨ ਅਤੇ ਲੰਗਰ ਦਾ ਉਚਿਤ ਪ੍ਰਬੰਧ ਹੈ। ਜਿਹੜੇ ਯਾਤਰੀ ਰਿਸ਼ੀਕੇਸ਼ ਤੋਂ ਦੇਰ ਨਾਲ ਯਾਤਰਾ ਕਰਦੇ ਹਨ ਉਹ ਜੋਸ਼ੀ ਮੱਠ ਠਹਿਰਦੇ ਹਨ। ਇਹਦੇ ਵਿੱਚ ਸਿਰਫ ਕੀ ਹੈ ਕਿ ਸੰਗਤਾਂ ਦੀ ਸਹੂਲਤ ਵਾਸਤੇ ਰਾਤ ਰੁਕਣ ਵਾਸਤੇ ਵੇਲਾ ਕੁ ਵੇਲਾ ਹੋ ਗਿਆ ਉਹ ਰੁਕਣ ਵਾਸਤੇ ਬਣਾਇਆ ਗਿਆ ਜੀ। ਇੱਥੇ ਲਗਭਗ 32 ਕਮਰੇ ਨੇ ਜੀ ਸਾਡੇ ਕੋਲ, ਲੈਟਰਿਨ ਬਾਥਰੂਮ ਅਟੈਚ, ਇੰਡੀਪੈਂਡੈਂਟ ਹੋਰ ਬਾਥਰੂਮ ਲੈਟਰਿਨ ਬਣੇ ਹੋਏ ਨੇ ਜੀ। ਹਾਲ ਹੈ, ਲੰਗਰ ਹਾਲ ਹੈ, ਸੈਂਪਲ ਵੀ ਹੈਗੇ ਨੇ ਜੀ। ਤੇ ਤਕਰੀਬਨ ਸੰਗਤਾਂ ਦਾ ਜੋ ਵੀ ਹੋ ਸਕਦਾ ਕੁਝ ਵੱਧ ਤੋਂ ਵੱਧ ਟਰਸਟ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਇੱਥੇ ਰਹਿੰਦੇ ਪ੍ਰਬੰਧ ਦੀ। ਜੋਸ਼ੀ ਮੱਠ ਤੋਂ ਹੇਠਾਂ ਉਤਰਨ ਤੇ ਯਾਤਰੀ ਵਿਸ਼ਨੂੰ ਪ੍ਰਯਾਗ ਪਹੁੰਚਦੇ ਹਨ ਜਿੱਥੇ ਅਲਕਨੰਦਾ ਨਾਲ ਹਰੀ ਗੰਗਾ ਦਾ ਮੇਲ ਹੁੰਦਾ ਹੈ। ਮੋਟਰ ਮਾਰਗ ਦਾ ਗੋਬਿੰਦ ਘਾਟ। ਇੱਥੇ ਯਾਤਰੀਆਂ ਦੇ ਠਹਿਰਨ ਲਈ ਗੁਰਦੁਆਰਾ, ਵਿਸ਼ਰਾਮ ਘਰ, ਪਾਰਕਿੰਗ ਅਤੇ ਹੋਟਲ ਸੁਵਿਧਾ ਉਪਲਬਧ ਹੈ। ਹਰ ਰੋਜ਼ 7000 ਤੋਂ ਲੈ ਕੇ 8000 ਯਾਤਰਾ ਤੇ ਨੈਕਸਟ ਡੇ ਉੱਪਰ ਗੋਬਿੰਦ ਹੈ। ਇੱਥੇ ਯਾਤਰੀ ਸਹਾਇਤਾ ਕੇਂਦਰ ਵੀ ਹੈ। ਕੁਝ ਯਾਤਰੀ ਬੱਚਿਆਂ ਦੇ ਲਈ ਪਿੱਠੂ, ਕਾਂਡੀ ਅਤੇ ਬਜ਼ੁਰਗਾਂ ਲਈ ਬੱਗੀ ਲੈਂਦੇ ਹਨ। ਕੁਝ ਯਾਤਰੀ ਘੋੜਿਆਂ ਤੇ ਖੱਚਰਾਂ ਤੇ ਜਾਣਾ ਪਸੰਦ ਕਰਦੇ ਹਨ। ਅਲਕਨੰਦਾ ਨਦੀ ਪਾਰ ਕਰਦੇ ਹੀ ਸ਼ਰਧਾਲੂਆਂ ਦਾ ਜੋਸ਼ ਅਤੇ ਸ਼ਰਧਾ ਆਪਣੇ ਸਿਖਰ ਤੇ ਹੁੰਦੇ ਹਨ। ਸਤਨਾਮ ਵਾਹਿਗੁਰੂ ਦੇ ਜਾਪ ਨਾਲ ਵਾਤਾਵਰਣ ਗੂੰਜ ਉੱਠਦਾ ਹੈ। ਜਥੇ ਦੇ ਰੂਪ ਵਿੱਚ ਸ਼ਬਦ ਕੀਰਤਨ ਦੀਆਂ ਚੌਕੀਆਂ ਸ਼ਰਧਾਲੂਆਂ ਨੂੰ ਉਤਸ਼ਾਹ ਨਾਲ ਭਰ ਦਿੰਦੀਆਂ ਹਨ। ਦੂਰ ਤੋਂ ਹੀ ਵਲਦਾਰ ਰਸਤਿਆਂ ਨੂੰ ਦੇਖ ਕੇ ਮਨ ਰੋਮਾਂਚਿਤ ਹੋ ਜਾਂਦਾ ਹੈ। ਇਹ ਪੈਦਲ ਰਸਤਾ 19 ਕਿਲੋਮੀਟਰ ਦਾ ਹੈ। ਇਸ ਲਈ ਯਾਤਰੀਆਂ ਕੋਲ ਗਰਮ ਕੱਪੜੇ, ਰੇਨਕੋਟ ਅਤੇ ਜ਼ਰੂਰੀ ਦਵਾਈਆਂ ਹੋਣੀਆਂ ਚਾਹੀਦੀਆਂ ਹਨ। ਵੈਸੇ ਇਹ ਪ੍ਰਸ਼ੰਸਾਯੋਗ ਹੈ ਕਿ ਇੰਨੀਆਂ ਪਰਿਸਥਿਤੀਆਂ ਦੇ ਬਾਵਜੂਦ ਹੇਮਕੁੰਟ ਸਾਹਿਬ ਲਈ ਜੋ ਪਗਡੰਡੀ ਨੁਮਾ ਰਸਤਾ ਬਣਾਇਆ ਗਿਆ ਹੈ ਉਹ ਕਾਫੀ ਸਹਿਜ ਹੈ। ਇਸ ਰਸਤੇ ਤੇ ਪੈਦਲ ਚੱਲਦਿਆਂ ਗੁਰੂ ਦੇ ਭਗਤ ਸਹਿਜ ਭਾਅ ਨਾਲ ਹੀ ਕਹਿ ਉੱਠਦੇ ਹਨ, ਚਰਨ ਸ਼ਰਨ ਗੁਰੂ ਕੋਟ ਪੈਂਡਾ ਜਾਏ ਚਲ, ਸਤਿਗੁਰੂ ਕੋਟ ਪੈਂਡਾ ਆਗੇ ਹੋਈ ਲੇਤ ਹੈ। ਇੱਥੇ ਆ ਕੇ ਸ਼ਰਧਾਲੂਆਂ ਦਾ ਮਨ ਜਿੱਥੇ ਪੂਰੀ ਤਰ੍ਹਾਂ ਆਪਣੇ ਪ੍ਰਭੂ ਪਰਮਾਤਮਾ ਨਾਲ ਜੁੜ ਜਾਂਦਾ ਹੈ, ਉੱਥੇ ਪ੍ਰਕਿਰਤੀ ਪ੍ਰੇਮੀ ਇੱਕ ਅਨੋਖੇ ਅਹਿਸਾਸ ਦਾ ਅਨੁਭਵ ਕਰਦੇ ਹਨ। ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਕੁਦਰਤ ਦੀ ਸੁੰਦਰਤਾ ਨੂੰ ਨਿਹਾਰਦੇ ਯਾਤਰੀ ਹੇਮਕੁੰਟ ਦੀ ਯਾਤਰਾ ਦਾ ਅਲੌਕਿਕ ਆਨੰਦ ਮਾਣਦੇ ਹਨ। ਆਪਣੇ ਇਸ਼ਟ ਦੇ ਦਰਸ਼ਨਾਂ ਦੀ ਲਾਲਸਾ ਉਹਨਾਂ ਨੂੰ ਇਹਨਾਂ ਪਹਾੜੀ ਰਸਤਿਆਂ ਨੂੰ ਪਾਰ ਕਰਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ। ਕਠਿਨ ਪਰਿਸਥਿਤੀਆਂ ਦੇ ਬਾਵਜੂਦ ਗਰਮ ਚਾਹਾਂ ਅਤੇ ਪਰਾਂਠਾ ਯਾਤਰੀਆਂ ਲਈ ਪੂਰੇ ਰਸਤੇ ਵਿੱਚ ਮਿਲ ਜਾਂਦਾ ਹੈ। तेरह किलोमीटर ਦਾ ਸਫ਼ਰ ਤੈਅ ਕਰਨ ਤੋਂ ਬਾਅਦ ਆਉਂਦਾ ਹੈ ਅੰਤਿਮ ਵਿਸ਼ਰਾਮ ਸਥਾਨ ਘਾਂਗਰੀਆ ਗੋਬਿੰਦ ਧਾਮ। ਇੱਥੇ ਚੀਲ ਦਾ ਉਹ ਦਰਖਤ ਹੈ ਜਿਸ ਦੀ ਜੜ ਦੇ ਖੋਲ ਵਿੱਚ ਬਾਬਾ ਮੋਦਨ ਸਿੰਘ ਨੇ ਆਪਣੀ ਪਹਿਲੀ ਯਾਤਰਾ ਦੇ ਦੌਰਾਨ ਵਿਸ਼ਰਾਮ ਕੀਤਾ ਸੀ। ਮਗਰੋਂ ਇਸੇ ਸਥਾਨ ਤੇ ਗੁਰਦੁਆਰਾ ਸਥਾਪਿਤ ਕੀਤਾ ਗਿਆ। ਗਾਗਰੀਆਂ ਤੋਂ ਲਗਭਗ
3 ਕਿਲੋਮੀਟਰ ਦੂਰੀ ਤੇ ਹੈ ਕੁਦਰਤ ਦਾ ਇੱਕ ਹੋਰ ਕਰਿਸ਼ਮਾ, ਫੁੱਲਾਂ ਦੀ ਘਾਟੀ। ਅਜਿਹਾ ਲੱਗਦਾ ਹੈ ਜਿਵੇਂ ਕੁਦਰਤ ਨੇ ਚਾਰੇ ਪਾਸੇ ਹਜ਼ਾਰਾਂ ਰੰਗਾਂ ਦੀ ਬਰਸਾਤ ਕਰ ਦਿੱਤੀ ਹੋਵੇ। ਹਜ਼ਾਰਾਂ ਸਾਲਾਂ ਤੋਂ ਇਹਨਾਂ ਵਾਦੀਆਂ ਵਿੱਚ ਸੰਤ ਮਹਾਤਮਾ ਪ੍ਰਭੂ ਪਰਮਾਤਮਾ ਦੀ ਆਰਾਧਨਾ ਵਿੱਚ ਲੀਨ ਰਹਿੰਦੇ ਹਨ। ਸ਼ਾਇਦ ਉਹਨਾਂ ਦੀ ਇਸ ਭਗਤੀ ਨੂੰ ਹੀ ਸਜਦਾ ਕਰਨ ਲਈ ਕੁਦਰਤ ਨੇ ਇਹ ਰੰਗ ਬਿਖੇਰੇ ਹਨ। ਇੱਥੋਂ ਨਿਕਲਣ ਵਾਲੀ ਨਦੀ ਹੇਮ ਗੰਗਾ ਗੋਬਿੰਦ ਘਾਟ ਵਿੱਚ ਅਲਕਨੰਦਾ ਨਾਲ ਮਿਲਦੀ ਹੈ। ਘਾਂਗਰੀਆ ਗੋਬਿੰਦ ਧਾਮ ਵਿਖੇ ਰਾਤ ਭਰ ਆਰਾਮ ਕਰਨ ਤੋਂ ਬਾਅਦ ਸਵੇਰ ਸਮੇਂ ਹੇਮਕੁੰਡ ਸਾਹਿਬ ਲਈ ਯਾਤਰਾ ਜਲਦੀ ਆਰੰਭ ਕਰਨੀ ਚਾਹੀਦੀ ਹੈ, ਕਿਉਂਕਿ ਹੇਮਕੁੰਡ ਸਾਹਿਬ ਪਹੁੰਚਣ ਤੋਂ ਬਾਅਦ ਦੁਪਹਿਰ 2 ਵਜੇ ਤੱਕ ਯਾਤਰੀਆਂ ਨੂੰ ਵਾਪਸ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਅਧਿਕ ਉਚਾਈ ਤੇ ਹੋਣ ਕਰਕੇ ਕਈ ਵਾਰ ਦੁਪਹਿਰ ਬਾਅਦ ਇੱਥੇ ਆਕਸੀਜਨ ਦੀ ਕਮੀ ਮਹਿਸੂਸ ਹੋਣ ਲੱਗਦੀ ਹੈ। ਗਾਗਰੀਆ ਤੋਂ ਹੇਮਕੁੰਡ ਸਾਹਿਬ ਦਾ ਸਫ਼ਰ ਅਭੁੱਲ ਹੈ। ਜਿਸ ਕਿਸੇ ਨੇ ਵੀ ਇੱਕ ਵਾਰ ਇਹ ਯਾਤਰਾ ਕੀਤੀ, ਉਸ ਦਾ ਮਨ ਬਾਰ-ਬਾਰ ਇੱਥੇ ਆਉਣ ਨੂੰ ਮਚਲੇਗਾ। ਇਸ ਲਈ ਇੱਥੇ ਅਜਿਹੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਹੁੰਦੀ ਹੈ ਜੋ ਪਿਛਲੇ 5 ਜਾਂ 10 ਸਾਲਾਂ ਤੋਂ ਲਗਾਤਾਰ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਆ ਰਹੇ ਹਨ। ਇੱਥੋਂ ਦੀ ਸੁੰਦਰਤਾ ਅਤੇ ਗੁਰੂ ਕਿਰਪਾ ਹਰ ਵਰੇ ਉਹਨਾਂ ਨੂੰ ਇੱਥੇ ਖਿੱਚ ਲਿਆਉਂਦੀ ਹੈ। ਗੁਰੂ ਮਹਾਰਾਜ ਜੀ ਆਪ ਹੀ ਦਰਸ਼ਨ ਕਰਾਉਣ ਲੱਗੇ ਆਪਦੇ, ਉਹਨਾਂ ਨੇ ਸੱਦਾ ਭੇਜਿਆ, ਅਸੀਂ ਸੰਗਤਾਂ ਆਈਆਂ, ਉਹਨਾਂ ਦੇ ਦਰਸ਼ਨਾਂ ਨੂੰ ਕਿਰਪਾ ਹੋਈ ਉਹਨਾਂ ਦੀ, ਉਹਨਾਂ ਦੇ ਉਦਮ ਦੇ ਨਾਲ ਹੀ ਅਸੀਂ ਉਹਨਾਂ ਦੇ ਦਰਸ਼ਨ ਕਰਨੇ ਜਾ ਕੇ। ਕੋਈ ਚੜਾਈਆਂ ਚੜੂਈਆਂ ਨਹੀਂ ਮੁਸ਼ਕਲ, ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ। ਉਹ ਜੋ ਕਿਰਪਾ ਕਰਦਾ ਉਹੀ ਕਰਦਾ, ਕੋਈ ਅਖਿਆਈ ਕੋਈ ਨਹੀਂ, ਜੋ ਕੁਝ ਕਰਨਾ ਉਸੇ ਨੇ ਕਰਨਾ। ਅਖਿਆਈ ਤਾਂ 1 ਮਿੰਟ 'ਚ ਵੀ ਦੇ ਦਿੰਦਾ, ਤੇ ਨਹੀਂ ਦੇਣਾ ਤਾਂ ਕੋਈ ਅਖਿਆਈ ਵੀ ਨਹੀਂ ਦਿੰਦਾ, ਉਹਦੇ ਉਦਮ ਦੇ ਨਾਲ ਹੀ ਚੜ੍ਹਦੇ। ਆਪ ਦਾ ਸਾਡਾ ਕੁਛ ਵਿੱਚ ਨਹੀਂ ਗਾ, ਉਹ ਗੁਰੂ ਮਹਾਰਾਜ ਦੀ ਕਿਰਪਾ ਹੈ। ਸਥਾਨਕ ਲੋਕਾਂ ਨੇ ਵਾਤਾਵਰਣ ਦੀ ਸੁਰੱਖਿਆ ਅਤੇ ਸਫਾਈ ਦੀ ਦ੍ਰਿਸ਼ਟੀ ਤੋਂ ਇੱਕ ਸੰਸਥਾ ਸ਼ੁਰੂ ਕੀਤੀ ਹੈ, ਜੋ ਪੂਰੇ ਰਸਤੇ ਵਿੱਚ ਪਏ ਕੂੜੇ ਨੂੰ ਬੋਰੀਆਂ ਵਿੱਚ ਭਰ ਕੇ ਇੱਕ ਜਗ੍ਹਾ ਇਕੱਠਾ ਕਰਦੇ ਹਨ, ਤਾਂ ਕਿ ਇੱਥੇ ਕਿਸੇ ਪ੍ਰਕਾਰ ਦੀ ਗੰਦਗੀ ਨਾ ਫੈਲੇ। ਈਕੋ ਡਿਵੈਲਪਮੈਂਟ ਕਮੇਟੀ ਨਾਮ ਦੀ ਇਹ ਗੈਰ ਸਰਕਾਰੀ ਸੰਸਥਾ ਪਲਾਸਟਿਕ ਦੀਆਂ ਬੋਤਲਾਂ, ਪੋਲੀਥੀਨ ਆਦਿ ਨੂੰ ਇਕੱਤਰ ਕਰਕੇ ਸਫਾਈ ਦਾ ਪੂਰਾ ਪ੍ਰਬੰਧ ਕਰਦੀ ਹੈ। ਇਸ ਕੰਮ ਲਈ ਵਿਸ਼ੇਸ਼ ਰੂਪ ਵਿੱਚ ਕਰਮਚਾਰੀ ਤੈਨਾਤ ਕੀਤੇ ਗਏ ਹਨ। ਹੇਮਕੁੰਡ ਪਹੁੰਚਦੇ ਹਜ਼ਾਰਾਂ ਅਜਿਹੇ ਦ੍ਰਿਸ਼ਾਂ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਜੋ ਅਦਭੁਤ ਹੈ। ਹਰੇ ਭਰੇ ਜੰਗਲ, ਕਲ-ਕਲ ਵਗਦੇ ਝਰਨੇ, ਅਸਮਾਨ ਨੂੰ ਛੂੰਹਦੀਆਂ ਬਰਫੀਲੀਆਂ ਚੋਟੀਆਂ, ਸੱਚਮੁੱਚ ਅਲੌਕਿਕ ਸੁੰਦਰਤਾ ਨੂੰ ਮਾਣਦੇ ਆਖਿਰ ਸ਼ਰਧਾਲੂ ਪਹੁੰਚਦੇ ਹਨ ਸੁਨਹਿਰੀ ਆਭਾ ਬਿਖੇਰਨ ਵਾਲੇ ਗੁਰੂ ਧਾਮ, ਜਿੱਥੇ ਸੰਪੂਰਨ ਵਾਤਾਵਰਣ ਅਗੰਮੀ ਤੇ ਰੂਹਾਨੀ ਹੋ ਜਾਂਦਾ ਹੈ, ਜਿੱਥੇ ਪਹੁੰਚ ਕੇ ਮਨੁੱਖ ਨੂੰ ਪਰਮਾਤਮਾ ਦੀ ਵਿਸ਼ਾਲਤਾ, ਨਿਰਮਲਤਾ ਅਤੇ ਦੈਵੀ ਗੁਣਾਂ ਦਾ ਅਹਿਸਾਸ ਹੁੰਦਾ ਹੈ। ਵਿਸ਼ਵਾਸ ਇੱਕ ਅਜਿਹੀ ਸ਼ਕਤੀ ਹੈ ਜਿਹੜੀ ਪਹਾੜ ਨੂੰ ਹਿਲਾ ਸਕਦੀ ਹੈ ਅਤੇ ਸਮੁੰਦਰ ਨੂੰ ਸੁਕਾ ਸਕਦੀ ਹੈ। ਇਹ ਵਿਸ਼ਵਾਸ ਅਤੇ ਸ਼ਰਧਾ ਸਿੱਖ ਸ਼ਰਧਾਲੂਆਂ ਨੂੰ ਕਠਿਨ ਪਰਿਸਥਿਤੀਆਂ ਵਿੱਚ ਵੀ ਆਪਣੇ ਪ੍ਰਭੂ ਨੂੰ ਮਿਲਣ ਲਈ ਉਤੇਜਿਤ ਰੱਖਦੀ ਹੈ। ਇੱਥੇ ਆਉਣ ਤੋਂ ਬਾਅਦ ਆਨੰਦ ਦੀ ਜੋ ਪ੍ਰਾਪਤੀ ਹੁੰਦੀ ਹੈ, ਉਸ ਦਾ ਸ਼ਬਦਾਂ ਵਿੱਚ ਬਿਆਨ ਕਰ ਸਕਣਾ ਅਸੰਭਵ ਹੈ। ਇੱਥੇ ਤਾਂ ਬਸ ਉਸ ਪਰਮ ਪਿਤਾ ਪਰਮੇਸ਼ਵਰ ਦੇ ਅਸਤਿਤਵ ਦਾ ਅਹਿਸਾਸ ਹੀ ਰਹਿ ਜਾਂਦਾ ਹੈ। ਬਾਕੀ ਸਭ ਕੁਝ ਅੱਖਾਂ ਤੋਂ ਪਰੇ ਹੁੰਦਾ ਪ੍ਰਤੀਤ ਹੁੰਦਾ ਹੈ। ਇਸ ਅਨੋਖੀ ਕੁਦਰਤ ਵਿੱਚ ਪਰਮਾਤਮਾ ਦੇ ਦਰਸ਼ਨ ਹੋਣ ਲੱਗਦੇ ਹਨ। ਚਾਰੇ ਪਾਸੇ ਖਿੜੇ ਬ੍ਰਹਮ ਕਮਲ ਦਾ ਸਫੇਦ ਰੰਗ ਪਰਮਾਤਮਾ ਦੇ ਸੱਚੇ ਅਤੇ ਸ਼ੁੱਧ ਰੂਪ ਨੂੰ ਸਾਕਾਰ ਕਰਨ ਲੱਗਦਾ ਹੈ। ਗੁਰੂ ਦਾ ਹਰ ਭਗਤ ਕਹਿ ਉੱਠਦਾ ਹੈ, ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਸ਼੍ਰੀ ਹੇਮਕੁੰਡ ਸਾਹਿਬ ਵਿਖੇ ਅਰਦਾਸ ਦਾ ਸਮਾਂ ਸਵੇਰੇ 10 ਵਜੇ, 12 ਵਜੇ ਅਤੇ 2 ਵਜੇ ਹੈ। ਗੁਰਦੁਆਰੇ ਦੇ ਕੋਲ ਹੀ ਬਣਿਆ ਲਛਮਣ ਜੀ ਦਾ ਮੰਦਰ
ਹਿੰਦੂ ਅਤੇ ਸਿੱਖ ਧਰਮ ਦੇ ਪਿਆਰ ਦਾ ਪ੍ਰਤੀਕ ਹੈ। ਕਿਹਾ ਜਾਂਦਾ ਹੈ ਕਿ ਕਿਸੇ ਯੁੱਗ ਵਿੱਚ ਲਛਮਣ ਜੀ ਨੇ ਇੱਥੇ ਘੋਰ ਤਪ ਕੀਤਾ। ਇਹ ਉਹ ਅਦਭੁਤ ਗੁਰਧਾਮ ਹੈ ਜਿੱਥੇ ਕੁਝ ਹੀ ਸਮੇਂ ਵਿੱਚ ਸ਼ਰਧਾਲੂਆਂ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ। ਇਹ ਇਸ ਧਾਮ ਦੀ ਰੂਹਾਨੀ ਸ਼ਖਸੀਅਤ ਦਾ ਹੀ ਜਾਦੂ ਹੈ, ਜਿਸ ਦੇ ਆਕਰਸ਼ਣ ਦੇ ਖਿੱਚੇ ਲੱਖਾਂ ਸ਼ਰਧਾਲੂ ਹਰ ਸਾਲ ਇੱਥੇ ਆਉਂਦੇ ਹਨ। ਕਠਿਨ ਰਾਹਾਂ ਦੇ ਬਾਵਜੂਦ ਬੱਚੇ, ਬੁੱਢੇ ਅਤੇ ਜਵਾਨ ਸਾਰੇ ਇਸ ਪਵਿੱਤਰ ਯਾਤਰਾ ਦਾ ਹਿੱਸਾ ਬਣਨਾ ਆਪਣਾ ਸੁਭਾਗ ਸਮਝਦੇ ਹਨ। ਇਹ ਗੁਰਧਾਮ ਇੰਨਾ ਪਵਿੱਤਰ, ਇੰਨਾ ਪਾਵਨ ਹੈ ਕਿ ਇਸ ਅਲੌਕਿਕ ਤੀਰਥ ਸਥਾਨ ਦੇ ਦਰਸ਼ਨ ਜੀਵਨ ਵਿੱਚ ਇੱਕ ਵਾਰ ਜ਼ਰੂਰ ਕਰਨੇ ਚਾਹੀਦੇ ਹਨ। ਇਹ ਸਾਡੇ ਮਨ ਨੂੰ ਪਵਿੱਤਰ ਤਾਂ ਬਣਾਉਂਦਾ ਹੀ ਹੈ, ਨਾਲ ਹੀ ਸਾਨੂੰ ਵਧੀਆ ਇਨਸਾਨ ਬਣਨ ਦੀ ਸ਼ਕਤੀ ਵੀ ਪ੍ਰਦਾਨ ਕਰਦਾ ਹੈ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ जुगाद सच है भी सच नानक होसे भी सच। सोचे सोच न होवई जे सोची लखवार, चुपै चुप न होवई जे लाए रहा लिवतार। भुखिया भुख न उतरी जे बन्ना पुरिया पार। ਸਹਿ ਸਿਆਣਪਾ ਲਖ ਹੋਵੇ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ